Hello students, today we are going to discuss the topic monetary policy. ठीक है so first of all, what is monetary policy? Monetary policy basically that policy which is related with the functions of the money. ठीक है so the government try to regulate the working of the money in the economy, so they prepare or make monetary policy. So the policy of the government with regard to control and regulation of the volume of the money and credit is called monetary policy. ठीक है जी, monetary policy ਕਿਹੜੀ policy ਹੈ? ਉਹ ਵਾਲੀ policy ਹੈ ਜਿਹੜੀ ਗੌਰਮੈਂਟ ਪ੍ਰਪੇਅਰ ਕਰਦੀ ਆ ਮਨੀ ਦੀ ਸਪਲਾਈ ਨੂੰ ਰੈਗੂਲੇਟ ਕਰਨ ਦੇ ਲਈ ਤੇ ਕੰਟਰੋਲ ਕਰਨ ਦੇ ਲਈ। ਓਕੇ ਜੀ, ਨੈਕਸਟ ਜੀ instrument of the monetary policy. ठीक है, there are basically two instruments of the monetary policy, qualitative and the quantitative methods. ठीक है, firstly we discuss the quantitative methods. First of all, that is bank rate. Bank rate is that rate at which the commercial bank can borrow money from the RBI or the central bank to meet their requirement. ठीक है जी, ਇਹਦਾ ਮਤਲਬ ਕਿ ਵੀ ਬੈਂਕ ਰੇਟ ਉਹ ਵਾਲਾ ਰੇਟ ਹੁੰਦਾ ਜਿਸ ਰੇਟ ਦੇ ਉੱਪਰ ਕਮਰਸ਼ੀਅਲ ਬੈਂਕ RBI ਤੋਂ ਸੈਂਟਰਲ ਬੈਂਕ ਤੋਂ ਲੋਨ ਲੈਂਦੇ ਹੈ ਜੀ। ਠੀਕ ਹੈ, ਬਾਈ ਚੇਂਜਿੰਗ ਥੀਸ ਰੇਟਸ ਦ RBI ਕੈਨ ਕੰਟਰੋਲ ਐਂਡ ਰੈਗੂਲੇਟ ਦ ਸਪਲਾਈ ਆਫ ਦ ਮਨੀ ਵਿਦ ਦ ਹੈਲਪ ਆਫ ਦ ਕਮਰਸ਼ੀਅਲ ਬੈਂਕਸ। ਠੀਕ ਹੈ, ਇਸ ਰੇਟ ਦੇ ਵਿੱਚ ਚੇਂਜ ਕਰਕੇ ਉਹ ਜਿਹੜੀ ਹੈਗੀ ਆ ਮਨੀ ਦੀ ਸਪਲਾਈ ਨੂੰ ਕੰਟਰੋਲ ਕਰ ਸਕਦੇ, ਲਾਈਕ ਵਧਾ ਘਟਾ ਸਕਦੇ ਆ। ਠੀਕ ਹੈ, ਇਫ ਅਰਾਈਜ਼ ਇਨ ਦ ਬੈਂਕ ਰੇਟ would discourage the commercial bank to build their cash reserve for the creation of the credit. ठीक है, that means कि when the RBI increase the bank rate, then the commercial bank need to the commercial bank है ना borrow less money from the RBI because the interest rate is very high. ठीक है, if the commercial banks borrow less money from the RBI, then they have less funds. ठीक है, then they also ਹੈ ਨਾ ਵੀ ਉਹ ਗਾਂ ਜਿਹੜੇ ਦੇ ਕੰਜ਼ਿਊਮਰਸ ਹੈ, ਠੀਕ ਹੈ, ਜਿਹੜੇ ਉਹਨਾਂ ਦੇ ਕਸਟਮਰਸ ਆ ਸੌਰੀ, ਉਹਨਾਂ ਨੂੰ ਕਹਿ ਜੇ ਘੱਟ ਪੈਸਾ ਦੇਣਗੇ ਹੈ ਨਾ, ਕਿਉਂਕਿ ਉਹਨਾਂ ਕੋਲ ਫੰਡ ਆਲਰੇਡੀ ਸ਼ਾਰਟੇਜ ਹੋ ਜੂਗੀ, ਕਿਉਂਕਿ ਜੇਕਰ RBI ਇੰਟਰਸਟ ਰੇਟ ਵਧਾ ਦੂਗਾ ਹੈ ਨਾ, ਉਹਨਾਂ ਨੂੰ ਮਤਲਬ ਵਿਆਜ ਜ਼ਿਆਦਾ ਦੇਣਾ ਪਊਗਾ। ਠੀਕ ਹੈ, ਅਤੇ ਉਹ ਪੈਸਾ ਘੱਟ ਬੋਰੋ ਕਰਨਗੇ RBI ਤੋਂ। ਠੀਕ ਹੈ, ਅਤੇ ਇਹਦੇ ਨਾਲ ਕੀ ਹੁੰਦਾ, ਇਹ ਇੰਸਟਰੂਮੈਂਟ ਕਦੋਂ ਯੂਜ਼ ਕੀਤਾ ਜਾਂਦਾ ਜੀ? ਇਸ ਤਰ੍ਹਾਂ ਜੇਕਰ ਆਪਣੇ ਮਤਲਬ ਕਿ ਕਹ ਲਓ ਸਪਲਾਈ ਆਫ ਮਨੀ ਬਹੁਤ ਜ਼ਿਆਦਾ ਹੈ, ਠੀਕ ਹੈ, ਅਤੇ ਮਨੀ ਦੀ ਸਪਲਾਈ ਨੂੰ ਕੰਟਰੋਲ ਘੱਟ ਕਰਨ ਦੇ ਲਈ RBI ਕੀ ਕਰਦੀ ਹੈ ਰਾਜੇ, ਬੈਂਕ ਰੇਟ ਨੂੰ ਇਨਕਰੀਜ਼ ਕਰ ਦਿੰਦੀ ਹੈ। ਬੈਂਕ ਰੇਟ ਇਨਕਰੀਜ਼ ਹੋਊਗਾ, ਕਮਰਸ਼ੀਅਲ ਬੈਂਕ RBI ਤੋਂ ਲੋਨ ਘੱਟ ਲੈਣਗੇ ਤਾਂ ਰਾਜੇ ਓਬਵੀਅਸਲੀ ਉਹ ਲੋਕਾਂ ਨੂੰ ਗਾਂ ਜਿਹੜਾ ਪੈਸਾ ਉਹਨਾਂ ਨੇ ਦੇਣਾ ਹੈਗਾ ਐਡਵਾਂਸਿਸ ਲੋਨਸ ਵਗੈਰਾ ਉਹ ਘੱਟ ਕਰਨਗੇ। ਅਤੇ ਇਹਦੇ ਉਲਟ ਕੀ ਹੋਊਗਾ ਰਾਜੇ, ਜੇਕਰ ਆਪਾਂ ਕਹਿ ਲਈਏ ਵੀ ਘੱਟ ਮਨੀ ਦੀ ਸਪਲਾਈ ਆਪਣੀ ਇਕੋਨਮੀ ਦੇ ਵਿੱਚ ਬਹੁਤ ਜ਼ਿਆਦਾ ਘੱਟ ਹੈ, ਠੀਕ ਹੈ, ਉਹਨੂੰ ਇਨਕਰੀਜ਼ ਕਰਨ ਲਈ ਕੀ ਕਰਨਗੇ, ਬੈਂਕ ਰੇਟ ਨੂੰ RBI ਕੀ ਕਰ ਦੂਗਾ, ਡਿਕਰੀਜ਼ ਕਰ ਦੂਗਾ। ਠੀਕ ਹੈ, ਬੈਂਕ ਰੇਟ ਘੱਟ ਜੂਗਾ, ਕਮਰਸ਼ੀਅਲ ਬੈਂਕ ਜਿਹੜੇ ਹੋਣਗੇ ਉਹ RBI ਤੋਂ ਜ਼ਿਆਦਾ ਪੈਸਾ ਉਧਾਰ ਲੈਣਗੇ, ਉਹੀ ਗਾਂ ਉਧਾਰ ਵੀ ਉਨਾ ਹੀ ਜ਼ਿਆਦਾ ਦੇਣਗੇ। ਠੀਕ ਹੈ, ਓਕੇ, ਨੈਕਸਟ ਰਾਜੇ cash reserve ratio. These are two basically, CRR and SLR. Firstly, CRR, cash reserve ratio. So CRR is nothing but the proportion of the total deposits of the commercial banks which they must keep as a reserve with the RBI. That means ਕਿ ਵੀ ਉਹਨਾਂ ਦੇ ਟੋਟਲ ਡਿਪੋਜ਼ਿਟ ਦੇ ਇੱਕ ਪਰਸੈਂਟੇਜ ਹੁੰਦਾ ਰਾਜੇ ਜਿਹੜਾ ਉਹਨਾਂ ਨੇ RBI ਕੋਲੇ ਜਮ੍ਹਾਂ ਕਰਵਾਉਣਾ ਹੁੰਦਾ। ਲਾਈਕ ਮਤਲਬ ਕਿ ਉਹਨਾਂ ਕੋਲ ਜੇ 10 ਕਰੋੜ ਹੈਗਾ, ਮਤਲਬ ਉਹਨੇ 10% ਜਮ੍ਹਾਂ ਕਰਵਾਉਣਾ, 10 ਕਰੋੜ ਦਾ 10% ਜਿੰਨਾ ਹੋਊਗਾ ਰਾਜੇ ਉਹਨਾਂ ਨੇ ਉੱਥੇ ਜਮ੍ਹਾਂ ਕਰਵਾਉਣਾ ਹੋਊਗਾ RBI ਕੋਲੇ। ਦੈਟ ਇਜ਼ ਕੰਪਲਸਰੀ। ਠੀਕ ਹੈ, ਇਟ ਇਜ਼ ਫਿਕਸਡ ਬਾਈ ਦਾ ਸੈਂਟਰਲ ਬੈਂਕ ਐਂਡ ਇਟਸ ਵੇਰੀਡ ਫਰੋਮ ਟਾਈਮ ਟੂ ਟਾਈਮ ਟੂ ਕੰਟਰੋਲ ਦਾ ਸਪਲਾਈ। ਠੀਕ ਹੈ, ਉਹੀ ਜਿਵੇਂ ਪਹਿਲਾਂ ਹੀ ਕਹਿ ਰਹੇ ਜੇ ਮਨੀ ਦੀ ਸਪਲਾਈ ਨੂੰ ਕੰਟਰੋਲ ਕਰਨ ਦੇ ਲਈ ਕੀ ਹੈ ਰਾਜੇ, ਸੈਂਟਰਲ ਬੈਂਕ ਇਹ ਰੇਟ ਜਿਹੜਾ ਹੈਗਾ ਨਾ ਚੇਂਜ ਕਰਦੇ ਰਹਿੰਦੇ ਆ। ਕ੍ਰੈਡਿਟ ਮਲਟੀਪਲਾਇਰ ਦੇਖੋ ਇਹ ਫਾਰਮੂਲਾ ਦਿੱਤਾ ਹੋਇਆ 1/CRR, ਜਿੰਨਾ CRR ਹਾਈਅਰ CRR ਲੋਅਰ ਦ ਵੈਲਿਊ ਆਫ ਕ੍ਰੈਡਿਟ ਮਲਟੀਪਲਾਇਰ। ਠੀਕ ਹੈ ਜੀ, ਜਿੰਨਾ ਮਤਲਬ CRR ਜ਼ਿਆਦਾ ਹੋਊਗਾ, ਠੀਕ ਹੈ, ਉਨੀ ਹੀ ਜਿਹੜਾ ਕ੍ਰੈਡਿਟ ਹੈਗਾ ਰਾਜੇ ਉਹ ਘੱਟ ਹੋਊਗਾ। ਓਬਵੀਅਸਲੀ ਰਾਜੇ ਜੇ CRR ਉਹਨਾਂ ਨੇ ਵਧਾਤਾ ਹੈ ਨਾ, ਤਾਂ ਕਮਰਸ਼ੀਅਲ ਬੈਂਕ ਨੂੰ ਕੀ ਹੈ ਰਾਜੇ ਜ਼ਿਆਦਾ ਫੰਡ ਡਿਪੋਜ਼ਿਟ ਕਰਾਉਣੇ ਪੈਣਗੇ RBI ਕੋਲੇ, ਅਤੇ ਲੋਕਾਂ ਨੂੰ ਕ੍ਰੈਡਿਟ ਜਿਹੜਾ ਉਧਾਰ ਹੈਗਾ ਉਹ ਘੱਟਦੇ ਪਾਉਣਗੇ। ਠੀਕ ਹੈ, ਇਹ ਗੌਰਮੈਂਟ ਕਦੋਂ ਕਰਦੀ ਹੈ, ਜੇਕਰ ਮਨੀ ਦੀ ਸਪਲਾਈ ਕਿ ਆਪਣੀ ਇਕੋਨਮੀ ਵਿੱਚ ਜ਼ਿਆਦਾ ਉਹਨੂੰ ਘੱਟ ਕਰਨ ਦੇ ਲਈ। ਠੀਕ ਹੈ ਜੀ, ਜੇਕਰ ਮਨੀ ਦੀ ਸਪਲਾਈ ਆਲਰੇਡੀ ਘੱਟ ਹੈਗੀ ਉਹਨੂੰ ਜ਼ਿਆਦਾ ਕਰਨ ਲਈ ਕੀ ਕਰਨਾ ਪਊਗਾ, CRR ਨੂੰ ਰਾਜੇ ਕੀ ਕਰ ਦੇਣਗੇ, ਘਟਾ ਦੇਣਗੇ, CRR ਘੱਟ ਜੂਗੀ।
ठीक है, ਉਹਦੇ ਨਾਲ ਕੀ ਹੋਊਗਾ, ਉਹਨਾਂ ਨੂੰ ਪੈਸਾ ਘੱਟ ਦੇਣਾ ਪਊਗਾ ਅਤੇ ਲੋਕਾਂ ਨੂੰ ਜ਼ਿਆਦਾ ਉਧਾਰ ਦੇ ਦੇਣਗੇ। ਓਕੇ ਜੀ, ਨੈਕਸਟ ਰਾਜੇ SLR ਸਟੈਟੂਟਰੀ ਲਿਕੁਇਡਿਟੀ ਰੇਸ਼ੋ। ठीक है, SLR is nothing but a liquid assets of the commercial bank which they must maintain on a daily basis as a minimum percentage of their total deposit। ਇਹਦਾ ਮਤਲਬ ਕੀ ਹੁੰਦਾ ਰਾਜੇ, ਇਹਨਾਂ ਟੋਟਲ ਡਿਪੋਜ਼ਿਟ ਦਾ ਇੱਕ ਮਿਨੀਮਮ ਪਰਸੈਂਟੇਜ ਹੁੰਦਾ ਜਿਹੜਾ ਕਮਰਸ਼ੀਅਲ ਬੈਂਕਸ ਨੇ ਆਪਣੇ ਕੋਲ ਜਮ੍ਹਾਂ ਰੱਖਣਾ ਹੁੰਦਾ। ਲਿਕੁਇਡ ਐਸਟ ਮੀਨਸ ਉਹ ਵਾਲੇ ਐਸਟ ਹੁੰਦੇ ਆ ਰਾਜੇ ਵਿਚ ਕੈਨ ਈਜ਼ਲੀ ਕਨਵਰਟ ਇਨਟੂ ਦ ਕੈਸ਼, ਲਾਈਕ ਗੋਲਡ ਹੋ ਗਿਆ, ਚੈੱਕ ਹੋ ਗਏ, ਕੈਸ਼, ਠੀਕ ਹੈ है ना, लाइक अपने को कोई भी सिक्योरिटीज लाइक शेयर्स, बॉन्ड, डिवेंचर्स। सो SLR इज फिक्स बाय द RBI एंड इट वेरीड फ्रॉम टाइम टू टाइम। ठीक है, दिस इज अनदर पॉलिसी हैगी रेशो इंस्ट्रूमेंट हैगा जिहड़ा मोनेटरी पॉलिसी विच यूज़ करते हैं आपां मनी की सप्लाई नूं कंट्रोल करने दे लई, लाइक CRR SLR सिग्नल्स दैट बैंक नीड्स टू मेनटेन हैल्थी रिजर्व ऑफ लिक्विडिटी। ठीक है जी, सो इन्हों के उपर भी एक रिस्ट्रिक्शन लगाई जाती है, जिवें मैं तुहानूं कहा ही है भी इन्फ्लेशन के टाइम पर की होगा राजे SLR नूं इनक्रीज़ कर देंगे ताकि जिहड़ी क्रैडिट क्रिएशन कैपेसिटी हैगी बैंक्स की घट जूगी। ठीक है, ओके। ओपन मार्केट ऑपरेशन राजे, ओपन मार्केट ऑपरेशन दे मीनस की होंदा बाय एंड सैल ऑफ सिक्योरिटीज़। ठीक है, देखो जेकर जी मनी की सप्लाई है ना अपनी इकोनॉमी बहुत ज़्यादा हैगी, एक्सैस हो चुकी है, लोग एक्सैस डिमांड कर रहे हैं, मंग बहुत ज़्यादा बढ़ चुकी है, तो उत्थे की करनगे जी कमर्शियल जो सेंट्रल बैंक होगा ना कमर्शियल बैंक नूं अपनी सिक्योरिटी सेल करना शुरू कर दूगा, RBI सिक्योरिटीज़ नूं बेचना शुरू कर दूगा। ठीक है, तो कमर्शियल बैंक की होंगे जी उन्होंने खरीदना शुरू कर देंगे। वैन द कमर्शियल बैंक है ना जो परचेज करनगे जी फ्रॉम द RBI है ना, तो दैन जो फ्लो ऑफ मनी होगा वो किधरों किधर चला जाऊगा जी सेंट्रल बैंक टू सॉरी कमर्शियल बैंक टू सेंट्रल बैंक। ओबीयसली जो कमर्शियल बैंक परचेज करेंगे जी रिटर्न के मनी किनू देंगे RBI नूं। सो उस तरह की जी जो पैसा जो उन्होंने लोगों को उधार देना सी है ना वो सेंट्रल बैंक सिक्योरिटीज़ दे के उन्होंने तो बदले लै लैंदा है। तो इस तरह की अपनी इकोनॉमी जो फ्लो ऑफ मनी हैगा, मनी जी सप्लाई है, एक्सैस डिमांड जी कंट्रोल हो जाती है। एंड इन केस ऑफ डेफिसिट डिमांड कह लो या मनी की सप्लाई जिथे घट हैगी राजे उत्थे की होगा, उत्थे वो आप कह सकते हैं भी कमर्शियल बैंक जोड़ा हैगा राजे वो बेचना शुरू कर दिंदा, सॉरी हाँ जी बेचना शुरू कर खरीदना शुरू कर देंगे। ठीक है जी, जे हुण कमर्शियल बैंक तो राजे खरीदणगे वो, ठीक है, तो पैसा कमर्शियल बैंक को जाऊगा, इसका मतलब कमर्शियल बैंक को पैसा जाऊगा गांह लोगों को उधार दे सकणगे है ना, उहदे नाल की होगा जी घट मंग होगी है ना, जी अपने को सप्लाई मनी की शॉर्टेज सीगी वो इनक्रीज़ हो जूगी। सो नैक्सट राजे हैगा जी क्वांटिटेटिव चेंज इन द मार्जिन रिक्वायरमेंट। ठीक है जी, सो एवरी कमर्शियल बैंक एडवांस लोन ऑन द बेसिस ऑफ द अप्रोप्रिएट सिक्योरिटी। देखो जो भी राजे आप लोन लेने ना आपको कुछ लाइक अगेंस्ट कोई सिक्योरिटी प्रोवाइड करवानी पैंदी है। ठीक है, चाहे आप कोई एसेट कराइए, चाहे कोई प्रॉपर्टी, चाहे कोई व्हीकल, एनीथिंग। ठीक है जी, सो जिन्ना भी राजे लाइक आप पता भी जिन्ना भी अपने क्रैडिट मिलता सिक्योरिटी के अगेंस्ट है ना वो वैल्यू नालों घट हुंदा। लाइक जो आप एसेट 1 लाख का दे रहे हैं तो आपको मतलब कि 60-70 हज़ार का लोन मिलूगा। ठीक है, सो ये की है राजे द डिफरेंस जोड़ा होंदा ना प्रेजेंट वैल्यू है ना ऑफ द एसेट एंड द जोड़ा अपन वो अगेंस्ट जो लोन मिल रहा। ठीक है जी, मान लो भी 1 लाख का एसेट से 80 हज़ार का लोन मिले जो गैप है विचकार 20 हज़ार का, वो क्या राजे मार्जिन रिक्वायरमेंट है। इन्होंने एग्जाम्पल भी दी हुई है, लाइक द टोटल वैल्यू ऑफ सिक्योरिटी 10 लाख है, लोन 8 लाख है, जो 2 लाख है जो अपने को की है मार्जिन रिक्वायरमेंट है। ठीक है जी, सो ये किवें मनी दे विच किद्दां इंस्ट्रूमेंट हैगा मनी नूं कंट्रोल करन च किद्दां हेल्प करदा। देखो जदों राजे आपां मनी की सप्लाई बहुत ज़्यादा हैगी है, एक्सैस डिमांड हो रही है, ठीक है जी, सप्लाई ऑफ मनी बहुत ज़्यादा उन्हें आपां कंट्रोल करना, मार्जिन रिक्वायरमेंट नूं की किया जाऊगा इनक्रीज़ किया जाऊगा। ठीक है जी, गैप वधा देंगे, मतलब जो आप 10 लाख की सिक्योरिटी दे रहे हैं आपको 6 तो 7 लाख का लोन मिलूगा 6 का। ठीक है जी, वो गैप वध गया ਉਹਦੇ ਨਾਲ ਕਿਉਂਕਿ ਲੋਕ ਜਿਹੜੇ ਹੋਣਗੇ ਹੈ ਨਾ ਕਮਰਸ਼ੀਅਲ ਬੈਂਕ ਜਿਹੜੇ मतलब ਕੀ ਕਰਨਗੇ ਰਾਜੇ ਉਹਨਾਂ ਤੋਂ ਪੈਸਾ ਘੱਟ ਲੈਣਾ ਸ਼ੁਰੂ ਕਰ ਦੇਣਗੇ ਹੈ ਨਾ, ਉਧਾਰ ਘੱਟ ਲੈਣਗੇ ਕਿਉਂਕਿ ਉਹਨਾਂ ਨੂੰ ਪਤਾ ਵੀ ਅਸੀਂ ਇੰਨੀ ਸਿਕਿਉਰਿਟੀ ਸਾਨੂੰ ਤਾਂ ਬਹੁਤ ਘੱਟ ਦਾ ਲੋਨ ਮਿਲੂਗਾ ਉਹਦੇ ਅਗੇਂਸਟ। ਤਾਂ ਆਪਾਂ ਮਨੀ ਦੀ ਸਪਲਾਈ ਨੂੰ ਇਸ ਤਰ੍ਹਾਂ ਕੰਟਰੋਲ ਕਰ ਸਕਦੇ ਹਾਂ ਜੇ ਵੱਧ ਰਹੀ ਹੈ ਤਾਂ। ਹੁਣ ਜੇਕਰ ਮਨੀ ਦੀ ਸਪਲਾਈ ਆਲਰੇਡੀ ਘੱਟ ਹੈ ਉਹਨੂੰ ਆਪਾਂ ਵਧਾਉਣਾ ਚਾਹੁੰਦੇ ਹਾਂ, ਠੀਕ ਹੈ, ਕੀ ਕਰਾਂਗੇ ਆਪਾਂ ਮਾਰਜਨ ਰਿਕੁਆਇਰਮੈਂਟ ਜਿਹੜੇ ਗੈਪ ਹੈਗਾ ਰਾਜੇ ਉਹਨੂੰ ਘਟਾ ਦਾਂਗੇ।
ਲਾਈਕ ਜੇ 10 ਲੱਖ ਦਾ ਆਪਾਂ ਸਿਕਿਉਰਿਟੀ ਦੇ ਰਹੇ ਹਾਂ ਰਜੇ ਤਾਂ ਆਪਾਂ ਨੂੰ 9 ਲੱਖ ਦਾ ਕੀ ਮਿਲ ਜੂਗੀ, ਲੋਨ ਮਿਲ ਜੂਗਾ। ਹੁਣ ਜੇ ਆਪਾਂ ਮਾਰਜਨ ਰਿਕੁਆਇਰਮੈਂਟ ਘਟਾਤੀ, ਇਹਦਾ ਮਤਲਬ ਲੋਕ ਇਹਦੇ 'ਚ ਜ਼ਿਆਦਾ ਪਰਚੇਜ਼ ਕਰਨੀ ਸ਼ੁਰੂ ਕਰ ਦੇਣਗੇ, ਹੈ ਨਾ, ਲਾਈਕ ਬੋਰੋ ਕ੍ਰੈਡਿਟ ਕਰਨਾ ਸ਼ੁਰੂ ਕਰ ਦੇਣਗੇ। ਇਸ ਤਰ੍ਹਾਂ ਜਿਹੜੀ ਘੱਟ ਮੰਗ ਹੈਗੀ ਆ, ਡੈਫਿਸਿਟ ਡਿਮਾਂਡ ਆ ਜਾਂ ਸ਼ਾਰਟੇਜ ਆਫ ਮਨੀ ਹੈਗੀ ਆ ਰਜੇ, ਉਹਨੂੰ ਆਪਾਂ ਪੂਰਾ ਕਰ ਸਕਦੇ ਹਾਂ। ਸੋ ਨੈਕਸਟ ਹੈ ਜੀ ਕ੍ਰੈਡਿਟ ਰੇਸ਼ਨਿੰਗ। ਕ੍ਰੈਡਿਟ ਰੇਸ਼ਨਿੰਗ ਮੀਨਸ ਸਮ ਰਿਸਟ੍ਰਿਕਸ਼ਨਸ ਹੁੰਦੀਆਂ ਜਿਹੜੇ ਸੈਂਟਰਲ ਬੈਂਕ ਜਿਹੜਾ ਹੈਗਾ ਇੰਪੋਜ਼ ਕਰਦਾ ਹੈਗਾ, ਠੀਕ ਹੈ। ਸੋ ਦੇ ਕੈਨ ਕੰਟਰੋਲ ਦਾ ਸਪਲਾਈ ਆਫ ਦਾ ਮਨੀ, ਠੀਕ ਹੈ ਜੀ। ਸੈਂਟਰਲ ਬੈਂਕ ਡਿਟਰਮਾਈਨ ਕਰਦਾ ਹੈਗਾ ਲਿਮਿਟ ਆਫ ਦਾ ਕ੍ਰੈਡਿਟ ਵਿਚ ਕੈਨ ਬੀ ਐਡਵਾਂਸਡ ਟੂ ਦਾ ਸਪੈਸੀਫਿਕ ਸੈਕਟਰ ਔਰ ਟੂ ਦਾ ਸਪੈਸੀਫਿਕ ਇਕਨੋਮਿਕ ਐਕਟੀਵਿਟੀਜ਼। No specific sector or the activity is granted credit more than the specified limit. That means ਕੀ ਹੈ ਜੀ, ਸੈਂਟਰਲ ਬੈਂਕ ਇੱਕ ਲਾਈਕ ਕਹ ਲਓ ਕੋਟਾ ਜਿਵੇਂ ਆਪਾਂ ਹੁੰਦਾ ਹੈ ਨਾ, ਵੀ ਇਸ ਸੈਕਟਰ ਨੂੰ ਇੰਨਾ ਹੀ ਅਮਾਊਂਟ ਦੇਣੀ ਆ ਫੰਡ ਦੀ, ਇਸ ਸੈਕਟਰ ਨੂੰ ਇੰਨੀ ਹੀ ਜਾਣੀ ਆ, ਇਸ ਕੰਮ ਲਈ ਇੰਨਾ ਹੀ ਉਧਾਰ ਦੇਣਾ। ਸੋ ਉਸ ਲਿਮਿਟ ਤੋਂ ਐਕਸੀਡ ਹੋ ਕੇ ਜੇ ਕੋਈ ਵੀ ਬੰਦਾ ਪੈਸਾ ਉਧਾਰ ਨਹੀਂ ਦੇ ਸਕਦਾ, ਠੀਕ ਹੈ। ਸੈਂਟਰਲ ਬੈਂਕ ਜੇਕਰ ਰਿਡਿਊਸ ਕਰਨਾ ਚਾਹੁੰਦਾ ਕ੍ਰੈਡਿਟ ਜਿਹੜੀ ਅਵੇਲੇਬਿਲਿਟੀ ਹੈਗੀ ਇਕੋਨਮੀ ਦੇ ਵਿੱਚ, ਤਾਂ ਕ੍ਰੈਡਿਟ ਰੇਸ਼ਨਿੰਗ ਨੂੰ ਰੀਸੋਰਟ ਕਰ ਦੇਣਗੇ, ਚੇਂਜ ਕਰ ਦੇਣਗੇ, ਠੀਕ ਹੈ ਜੀ। ਇਫ ਕ੍ਰੈਡਿਟ ਅਵੇਲੇਬਿਲਿਟੀ ਇਜ਼ ਟੂ ਬੀ ਇਨਕਰੀਜ਼ ਕਰ ਦੇਣਗੇ ਤਾਂ ਰੈਸ਼ਨਿੰਗ ਹੋ ਜੂਗੀ। ਰੈਸ਼ਨਿੰਗ ਕ੍ਰੈਡਿਟ ਇਜ਼ ਨੋਟ ਡਨ। ਰੈਗੂਲੇਸ਼ਨ ਆਫ ਦਾ ਕੰਜ਼ਿਊਮਰ ਕ੍ਰੈਡਿਟ ਰਜੀ। ਕੰਜ਼ਿਊਮਰ ਕ੍ਰੈਡਿਟ ਕੀ ਇੱਕ ਉਹ ਵਾਲਾ ਕ੍ਰੈਡਿਟ ਹੁੰਦਾ ਇਜ਼ ਅ ਕ੍ਰੈਡਿਟ ਐਡਵਾਂਸਡ ਟੂ ਦਾ ਕੰਜ਼ਿਊਮਰਸ ਫॉर ਦਾ ਸੈਟਿਸਫੈਕਸ਼ਨ ਆਫ ਦੇਅਰ ਨੀਡਸ, ਜਿਹੜਾ ਇੱਕ ਕੰਜ਼ਿਊਮਰ ਨੂੰ ਆਪਦੀਆਂ ਨੀਡਸ ਨੂੰ ਫੁੱਲਫਿਲ ਕਰਨ ਦੇ ਦਿੱਤਾ ਜਾਂਦਾ। So credit availability in the economy can be increased or decreased by the regulation of the consumer credit, ਠੀਕ ਹੈ ਜੀ। ਕੰਜ਼ਿਊਮਰ ਦੀ ਨੀਡਸ ਕ੍ਰੈਡਿਟ ਦੇ ਲਾਈਕ ਉਹਦੇ ਜਿਹੜੀ ਇਕੋਨਮੀ ਦੇ ਵਿੱਚ ਕ੍ਰੈਡਿਟ ਅਵੇਲੇਬਿਲਿਟੀ ਹੈਗੀ ਉਹਨੂੰ ਆਪਾਂ ਇਨਕਰੀਜ਼ ਡਿਕਰੀਜ਼ ਕਰ ਸਕਦੇ ਹਾਂ ਕੰਜ਼ਿਊਮਰ ਦੇ ਕ੍ਰੈਡਿਟ ਨੂੰ ਕੰਟਰੋਲ ਕਰਕੇ, ਰੈਗੂਲੇਟ ਕਰਕੇ। ਇਫ ਕ੍ਰੈਡਿਟ ਅਵੇਲੇਬਿਲਿਟੀ ਇਜ਼ ਟੂ ਬੀ ਰਿਡਿਊਸਡ ਇਨ ਦਾ ਇਕੋਨਮੀ ਘੱਟ ਜੂਗੀ ਤਾਂ ਸੈਂਟਰਲ ਬੈਂਕ ਕੀ ਕਰੂਗਾ ਜੀ, ਕਮਰਸ਼ੀਅਲ ਬੈਂਕ ਨੂੰ ਡਾਇਰੈਕਟ ਕਰਦਾ ਹੈਗਾ ਵੀ ਕੰਜ਼ਿਊਮਰ ਕ੍ਰੈਡਿਟ ਨੂੰ ਘਟਾ ਦੇਣ। ਐਸੇ ਰਿਜ਼ਲਟ ਕੀ ਹੋ ਜਾਂਦਾ ਉਹਦੇ ਨਾਲ, ਠੀਕ ਹੈ। ਕਮਰਸ਼ੀਅਲ ਬੈਂਕ ਇਨਕਰੀਜ਼ ਦਾ ਰੇਟ ਆਫ ਦਾ ਇੰਟਰਸਟ ਚਾਰਜ ਔਨ ਦਾ ਕੰਜ਼ਿਊਮਰ ਲੋਨਸ। ਦੂਸਰੇ ਔਨ ਦਾ ਅਦਰ ਸਾਈਡ ਕੀ ਹੋਊਗਾ ਜੇਕਰ ਕ੍ਰੈਡਿਟ ਅਵੇਲੇਬਿਲਿਟੀ ਇਨਕਰੀਜ਼ ਕਰਨੀ ਹੈਗੀ ਆ, ਸੈਂਟਰਲ ਬੈਂਕ ਉਹਨੂੰ ਕਹਿਣਗੇ ਵੀ ਕ੍ਰੈਡਿਟ ਹੈ ਨਾ, ਡਾਇਰੈਕਟ ਕਮਰਸ਼ੀਅਲ ਬੈਂਕ ਟੂ ਇਨਕਰੀਜ਼ ਦਾ ਕੰਜ਼ਿਊਮਰ ਕ੍ਰੈਡਿਟ, ਵੀ ਲੋਕਾਂ ਨੂੰ ਉਧਾਰ ਜ਼ਿਆਦਾ ਦੇ ਦਿਓ। ਓਕੇ ਜੀ। ਡਾਇਰੈਕਟ ਐਕਸ਼ਨ ਦੇ ਵਿੱਚ ਕੀ ਹੈ ਜੀ, ਇਫ ਐਨੀ ਕਮਰਸ਼ੀਅਲ ਬੈਂਕ ਹੈ ਨਾ ਡਿਡ ਨਾਟ ਫੋਲੋ the rules regulation which are implemented or the prepared by the central bank, then the central bank have right to take direct actions on the working of the commercial bank, na they can cancel the license of the commercial bank which do not follow the rules and restrictions of the central bank. More strategy. Under this method credit regulation, the central bank try to achieve the objective of the monetary policy by motivating commercial bank to do so, like ਉਹਨਾਂ ਨੂੰ ਰਜੇ ਕਮਰਸ਼ੀਅਲ ਬੈਂਕ ਨੂੰ ਮੋਟੀਵੇਟ ਕਰਦਾ ਵੀ ਹਾਂਜੀ ਆਪਾਂ ਸਾਰਿਆਂ ਨੇ ਮਿਲ ਕੇ ਹੈ ਨਾ ਵੀ ਇਹ ਕੰਮ ਕਰਨਾ, ਇਹ ਆਪਣੀ ਇਕੋਨਮੀ ਲਈ ਬੈਠ, ਇਹ ਹੁੰਦਾ ਮੋਡਰੇਸ਼ਨ, ਮਤਲਬ ਕਿ ਨੈਤਿਕ ਜ਼ਿੰਮੇਵਾਰੀ, ਨੈਤਿਕ ਸੁਝਾਅ ਇੱਕ ਤਰ੍ਹਾਂ ਦਾ। ਸੋ ਸੈਂਟਰਲ ਬੈਂਕ ਕੀ ਕਮਰਸ਼ੀਅਲ ਬੈਂਕ ਨੂੰ ਮੋਟੀਵੇਟ ਕਰਦਾ ਵੀ ਉਹ ਇੱਕ ਸਹੀ ਸਟੈਪ ਲੈਣ, ਠੀਕ ਹੈ, ਜਿਹੜੀਆਂ ਮਤਲਬ ਆਪਣੀ ਇਕੋਨਮੀ ਵਿੱਚ ਕੰਡੀਸ਼ਨਸ ਹੋ ਰਹੀਆਂ ਉਹਨਾਂ ਨੂੰ ਕੰਟਰੋਲ ਕਰਨ ਦੇ ਲਈ। ਸੋ ਕਮਰਸ਼ੀਅਲ ਬੈਂਕ ਜਨਰਲੀ ਫਾਲ ਇਨ ਲਾਈਨ ਵਿਦ ਦਾ ਸੈਂਟਰਲ ਬੈਂਕ ਐਸ ਏ ਸੈਂਟਰਲ ਬੈਂਕ ਬੀਇੰਗ ਦਾ ਅਪੈਕਸ ਬੈਂਕ। ਕਮਰਸ਼ੀਅਲ ਬੈਂਕ ਹਮੇਸ਼ਾ ਰਾਜੇ ਸੈਂਟਰਲ ਬੈਂਕ ਦੇ ਨੀਚੇ ਕੰਮ ਕਰਦੀ ਆ, ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹੈਗੇ ਆ, ਠੀਕ ਹੈ ਜੀ। ਸੈਂਟਰਲ ਬੈਂਕ ਇੱਕ ਅਪੈਕਸ ਬੋਡੀ ਆ, ਹੈ ਨਾ, ਠੀਕ ਹੈ, ਜਿਹਦਾ ਮਤਲਬ ਬਹੁਤ ਜ਼ਿਆਦਾ ਇਫੈਕਟ ਆ, ਉਹ ਕਮਰਸ਼ੀਅਲ ਬੈਂਕਸ ਨੂੰ ਇਨਫਲੂਐਂਸ ਕਰਦੀ ਆ ਆਪਦੇ ਐਕਸ਼ਨਸ ਦੇ ਦੁਆਰਾ। ਪਬਲਿਸਿਟੀ ਰਾਜੇ ਸੈਂਟਰਲ ਬੈਂਕ ਮੇ ਅਪੀਲ ਟੂ ਦ ਕਮਰਸ਼ੀਅਲ ਬੈਂਕਸ ਨੂੰ ਅਪੀਲ ਕਰਦੀ ਹੈਗਾ ਐਂਡ ਪੀਪਲ ਆਫ ਦ ਕੰਟਰੀ, ਠੀਕ ਹੈ। ਲਾਈਕ ਕਹਿ ਲਓ ਵੀ ਥਰੂ ਦਾ ਮਾਸ ਕਮਿਊਨੀਕੇਸ਼ਨ, ਡੈਟ ਮੀਨਸ ਉਹ ਮੀਡੀਆ ਦੇ ਥਰੂ ਜੋ ਹੈ ਨਾ ਸੈਂਟਰਲ ਬੈਂਕ ਕਮਰਸ਼ੀਅਲ ਬੈਂਕਸ ਨੂੰ ਅਤੇ ਲੋਕਾਂ ਨੂੰ ਅਪੀਲ ਕਰਦੀ ਹੈ, ਠੀਕ ਹੈ, ਵੀ ਆਪਣੀ ਮੋਨੀਟਰੀ ਪੋਲਿਸੀ ਦਾ ਇਹ ਓਬਜੈਕਟਿਵ ਇਹਨੂੰ ਆਪਾਂ ਅਚੀਵ ਕਰਨਾ, ਠੀਕ ਹੈ। ਇਹਦੇ ਨਾਲ ਕੀ ਹੁੰਦਾ ਵੀ ਸੈਂਟਰਲ ਬੈਂਕ ਜਿਹੜੇ ਹੈਗੇ ਉਹਨੂੰ ਹੈਲਪ ਮਿਲਦੀ ਹੈ, ਕ੍ਰੈਡਿਟ ਰੈਗੂਲੇਸ਼ਨ ਇਕੋਨਮੀ ਦੇ ਵਿੱਚ ਕ੍ਰੈਡਿਟ ਨੂੰ ਰੈਗੂਲੇਟ ਕਰਨ ਦੇ ਵਿੱਚ ਹੈਲਪ ਮਿਲਦੀ ਆ। ਹਾਊਐਵਰ ਦ ਸਕਸੈਸ ਆਫ ਦਾ ਲਾਈਕ such effort depend upon the influence of the central bank in the economy. So thank you.